ਵਿਜੇਂਦਰ ਸਿੰਗਲਾ ਨੂੰ ਮਿਲਣ ਪਹੁੰਚੇ ਪ੍ਰਦਰਸ਼ਨਕਾਰੀ ਅਧਿਆਪਕ ਪੰਜਾਬ ਭਵਨ ਵਿੱਚ ਹੋ ਰਹੀ ਮੀਟਿੰਗ। ਪੱਕੀ ਨੌਕਰੀ ਤੇ ਸੈਲਰੀ ਵਧਾਉਣ ਦੀ ਮੰਗ ਨੂੰ ਲੈ ਕੇ ਸਿੱਖਿਆ ਬੋਰਡ ਦੇ ਬਾਹਰ ਬੈਠੇ ਨੇ ਅਧਿਆਪਕ। ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ ਸੁਖਪਾਲ ਖਹਿਰਾ, ਪਿਰਮਲ ਖਾਲਸਾ ਤੇ ਜਗਦੇਵ ਕਮਾਲੂ। ਰਣਦੀਪ ਸੁਰਜੇਵਾਲਾ ਵੀ ਨਾਲ ਮੌਜੂਦ। ਕੁਝ ਦਿਨ ਪਹਿਲਾਂ ਹੀ ਤਿੰਨੇ ਵਿਧਾਇਕ ਕਾਂਗਰਸ ਵਿੱਚ ਹੋਏ ਸੀ ਸ਼ਾਮਿਲ। ਕਾਂਗਰਸ ਵਿੱਚ ਹੁਣ ਪੋਸਟਰਾਂ ਨੂੰ ਲੈ ਕੇ ਸ਼ੁਰੂ ਹੋਈ ਖਾਨਾ ਜੰਗੀ। ਅੰਮ੍ਰਿਤਸਰ ਵਿੱਚ ਨਵਜੋਤ ਸਿੱਧੂ ਦੇ ਸਮਰਥਕਾਂ ਨੇ ਲਾਏ ਪੋਸਟਰ। ਕੁਝ ਦੇਰ ਬਾਅਦ ਕਿਸੇ ਨੇ ਉਤਾਰੇ, ਸਮਰਥਕਾਂ ਨੇ ਫਿਰ ਲਗਾਏ। ਸੀਐਮ ਕੈਪਟਨ ਅੱਜ ਤੀਜੇ ਦਿਨ ਵੀ ਕਰਨਗੇ ਵਿਧਾਇਕਾਂ, ਮੰਤਰੀਆਂ ਤੇ ਲੋਕ ਸਭਾ ਮੈਂਬਰਾਂ ਨਾਲ ਮੀਟਿੰਗ। ਸ਼ਾਮ 5 ਵਜੇ ਸਿਸਵਾ ਫਾਰਮ ਹਾਊਸ ਤੇ ਬੁਲਾਏ ਵਿਧਾਇਕ ਮੰਤਰੀ। 1 to 1 ਕਰਕੇ ਸਾਰਿਆਂ ਦਾ ਮਨ ਟਟੋਲ ਰਹੇ ਨੇ ਸੀਐਮ। ਸਕਾਲਰਸ਼ਿਪ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ। ਆਮ ਆਦਮੀ ਪਾਰਟੀ ਨੇ ਮੰਤਰੀ ਸਾਧੂ ਸਿੰਘ ਧਰਮਸੋਤ ਤੋਂ ਦੇ ਖਿਲਾਫ ਮੰਗੀ ਕਾਰਵਾਈ। ਟਿਕਰੀ ਬਾਰਡਰ ਉੱਤੇ ਇੱਕ ਸ਼ਖਸ ਨੂੰ ਜ਼ਿੰਦਾ ਸਾੜਨ ਦੇ ਇਲਜ਼ਾਮ। ਪਰਿਵਾਰ ਨੇ ਕਿਹਾ ਸ਼ਰਾਬ ਪੀਣ ਤੋਂ ਬਾਅਦ ਤੇਲ ਛਿੜਕ ਕੇ ਮੁਕੇਸ਼ ਨੂੰ ਲਾਈ ਗਈ ਅੱਗ। ਜਲੰਧਰ ਵਿਜੀਲੈਂਸ ਨੇ ਹੋਮਗਾਰਡ ਪਲਟੂਨ ਕਮਾਂਡਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕੀਤਾ ਕਾਬੂ। ਸੜਕ ਤੇ ਹੋਇਆ ਹਾਈ ਵੋਲਟੇਜ ਡਰਾਮਾ। ਮੁਲਾਜ਼ਮ ਤੋਂ ਹਾਜ਼ਰੀਆਂ ਲਵਾਉਣ ਦੇ ਬਦਲੇ ਪੈਸਿਆਂ ਦੀ ਕਰਦਾ ਸੀ ਮੰਗ। ਇਸ ਵਾਰ ਪਾਕਿਸਤਾਨ ਨਹੀਂ ਜਾਵੇਗਾ ਸਿੱਖ ਸ਼ਰਧਾਲੂਆਂ ਜਥਾ। ਕੋਰੋਨਾ ਕਰਕੇ ਪਾਕਿਸਤਾਨ ਗੁਰਦੁਆਰਾ ਕਮੇਟੀ ਨੇ ਨਾ ਆਉਣ ਲਈ ਕਿਹਾ। 21 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ। CBSE 12ਵੀਂ ਜਮਾਤ ਦਾ ਫਾਰਮੂਲਾ ਤਿਆਰ। ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਦਿੱਤੀ ਜਾਣਕਾਰੀ। 30-30-40 ਦੇ ਫਾਰਮੂਲੇ ਤਹਿਤ ਜਾਰੀ ਹੋਵੇਗਾ ਰਿਜ਼ਲਟ। ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਤੋਂ ਸਵਾਗਤ ਹੈ ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ। ਮੈਂ ਹਾਂ ਤੁਹਾਡੇ ਨਾਲ ਭੁੱਲਰਜੀਤ ਸਿੰਘ ਤੇ ਬੁਲਟਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਜੈਪਾਲ ਭੁੱਲਰ ਐਨਕਾਊਂਟਰ ਕੇਸ ਦੀ। ਜੀ ਹਾਂ, ਜੈਪਾਲ ਭੁੱਲਰ ਦੇ ਪਰਿਵਾਰ ਦੀ ਪਟੀਸ਼ਨ ਖਾਰਿਜ ਹੋ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ, ਮੁੜ ਤੋਂ ਪੋਸਟਮਾਰਟਮ ਕੀਤੇ ਜਾਣ ਦੀ ਅਰਜ਼ੀ ਨੂੰ ਖਾਰਿਜ ਕਰ ਦਿੱਤਾ ਗਿਆ। ਹਾਈ ਕੋਰਟ ਨੇ ਪਰਿਵਾਰ ਦੀ ਪਟੀਸ਼ਨ ਡਿਸਮਿਸ ਕਰ ਦਿੱਤੀ ਗਈ ਹੈ। ਕੋਲਕਾਤਾ ਵਿੱਚ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਊਂਟਰ ਕੀਤਾ ਗਿਆ ਸੀ। ਪਰਿਵਾਰ ਨੇ ਫੇਕ ਐਨਕਾਊਂਟਰ ਦਾ ਇਲਜ਼ਾਮ ਲਗਾਇਆ ਸੀ ਔਰ ਪਰਿਵਾਰ ਨੇ ਹਾਲੇ ਤੱਕ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਸੀ ਔਰ ਵਾਰ-ਵਾਰ ਉਹਨਾਂ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਜਾ ਰਿਹਾ ਸੀ, ਜਿਸ ਦੀ ਅੱਜ ਬੇਹੱਦ ਅਹਿਮ ਸੁਣਵਾਈ ਵੀ ਹੋਈ ਔਰ ਹਾਈ ਕੋਰਟ ਨੇ ਇਸ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ। ਜੀ ਹਾਂ, ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਪਰਿਵਾਰ ਦੀ ਜਿਹੜੀ ਅਪੀਲ ਸੀ ਉਸ ਨੂੰ ਖਾਰਿਜ ਕਰ ਦਿੱਤਾ ਗਿਆ। ਪਰਿਵਾਰ ਨੇ ਹੁਣ ਤੱਕ ਜੈਪਾਲ ਦਾ ਸੰਸਕਾਰ ਨਹੀਂ ਕੀਤਾ। ਇਸ ਵੇਲੇ ਦੀ ਵੱਡੀ ਖਬਰ ਹੈ, ਕੋਲਕਾਤਾ ਦੇ ਵਿੱਚ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਊਂਟਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਇਸ ਦੇ ਉੱਪਰ ਐਨਕਾਊਂਟਰ ਦੇ ਉੱਪਰ ਸਵਾਲ ਚੁੱਕੇ ਸੀ ਤੇ ਕਿਹਾ ਸੀ ਕਿ ਇਹ ਫੇਕ ਐਨਕਾਊਂਟਰ ਔਰ ਦੁਬਾਰਾ ਡੈਡ ਬੋਡੀ ਦਾ ਜਿਹੜਾ ਹੈ ਉਹ ਪੋਸਟਮਾਰਟਮ ਹੋਣਾ ਚਾਹੀਦਾ, ਜਿਸ ਮੁਤਲਕ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਪਰ ਹਾਈ ਕੋਰਟ ਨੇ ਸਿਰੇ ਤੋਂ ਇਸ ਅਪੀਲ ਨੂੰ ਖਾਰਿਜ ਕਰ ਦਿੱਤਾ। ਇਸ ਖਬਰ ਤੇ ਗੱਲਬਾਤ ਕਰਦੇ ਹਾਂ, ਸਾਡੇ ਸਹਿਯੋਗੀ ਵਿਜੇਪਾਲ ਬਰਾੜ ਜੁੜ ਰਹੇ ਨੇ। ਵਿਜੇਪਾਲ, ਜਿਵੇਂ ਕਿ ਹਾਲੇ ਤੱਕ ਸੰਸਕਾਰ ਨਹੀਂ ਕੀਤਾ ਗਿਆ ਪਰਿਵਾਰ ਨੇ ਔਰ ਫੇਕ ਐਨਕਾਊਂਟਰ ਦੇ ਇਲਜ਼ਾਮ ਲਗਾਏ ਜਾ ਰਹੇ ਸੀ, ਪਰ ਅੱਜ ਜਿਸ ਤਰੀਕੇ ਦੇ ਨਾਲ ਸੁਣਵਾਈ ਹੋਈ ਹਾਈ ਕੋਰਟ ਦੇ ਵਿੱਚ ਔਰ ਹਾਈ ਕੋਰਟ ਨੇ ਸਿਰੇ ਤੋਂ ਇਸ ਅਪੀਲ ਨੂੰ ਖਾਰਿਜ ਕਰ ਦਿੱਤਾ। ਬਿਲਕੁਲ ਭੁੱਲਰ ਇਹਦੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਲਾਈ ਗਈ ਸੀਗੀ ਜੈਪਾਲ ਭੁੱਲਰ ਦੇ ਪਰਿਵਾਰ ਵੱਲੋਂ ਔਰ ਉਹਨਾਂ ਨੇ ਇਹੀ ਮੰਗ ਰੱਖੀ ਸੀ ਕਿ ਉਹਨਾਂ ਨੂੰ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਜਿਹੜੀ ਹੈ ਉਹ ਇਜਾਜ਼ਤ ਦਿੱਤੀ ਜਾਵੇ ਜਾਂ ਕੋਰਟ ਇਸ ਤੇ ਆਰਡਰ ਕਰੇ। ਕੋਰਟ ਨੇ ਉਹ ਪਟੀਸ਼ਨ ਡਿਸਮਿਸ ਕਰਤੀ ਔਰ ਗਰਾਊਂਡ ਇਹ ਰਹੇ ਹੈ, ਕੋਰਟ ਨੇ ਇਹ ਕਿਹਾ ਕਿ ਉਹਨਾਂ ਦੀ ਇਹ ਜੂਰਿਸਡਿਕਸ਼ਨ ਨਹੀਂ ਹੈ, ਉਹਨਾਂ ਦਾ ਇਹ ਅਧਿਕਾਰ ਖੇਤਰ ਨਹੀਂ ਹੈ, ਕਿਉਂਕਿ ਇਹ ਜਿਹੜਾ ਪੂਰਾ ਆਪਰੇਸ਼ਨ ਹੈ ਇਹ ਕੋਲਕਾਤਾ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ, ਕੋਲਕਾਤਾ ਦੇ ਵਿੱਚ ਹੋਇਆ। ਸੋ ਇਸ ਕਰਕੇ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਜਦੋਂ ਉੱਥੇ ਗਏ ਸੀ ਬੋਡੀਜ਼ ਲੈਣ, ਉੱਥੇ ਪੂਰੀ ਪ੍ਰੋਪਰ ਫਾਰਮੈਲਿਟੀ ਹੋਈ ਹੈ, ਤੁਸੀਂ ਖੁਦ ਉੱਥੇ ਦਸਤਖਤ ਕੀਤੇ ਹੈ, ਉਸ ਤੋਂ ਬਾਅਦ ਪੋਸਟਮਾਰਟਮ ਹੋਇਆ, ਪੋਸਟਮਾਰਟਮ ਤੋਂ ਬਾਅਦ ਤੁਸੀਂ ਬੋਡੀ ਰਿਸੀਵ ਕਰਕੇ ਲੈ ਕੇ ਆਇਓ, ਸਪੁਰਦਗੀ ਜਿਹੜੀ ਹੈ ਉਹ ਲੈ ਕੇ ਆਇਓ। ਸੋ ਹੁਣ ਉਸ ਤੋਂ ਬਾਅਦ ਦੁਬਾਰਾ ਇੱਥੇ ਆ ਕੇ ਉਸ ਦੀ ਮੰਗ ਰੱਖਣੀ, ਤਾਂ ਉਹਨਾਂ ਨੇ ਕਿਹਾ ਵੀ ਸਾਡੀ ਜੂਰਿਸਡਿਕਸ਼ਨ ਨਹੀਂ ਹੈ ਹਾਈ ਕੋਰਟ ਨੇ। ਸੋ ਅਗਰ ਤੁਸੀਂ ਇਸ ਬਾਬਤ ਕੋਈ ਵੀ ਮੰਗ ਤੁਹਾਡੀ ਕਿਸੇ ਤਰ੍ਹਾਂ ਦੀ ਹੈ ਜਾਂ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਉੱਥੇ ਜਾ ਸਕਦੇ ਹੋ, ਉੱਥੇ ਅਪਰੋਚ ਕਰ ਸਕਦੇ ਹੋ ਜਿੱਥੇ ਇਹ ਪੂਰਾ ਆਪਰੇਸ਼ਨ ਜਿਹੜਾ ਹੈ ਉਹ ਹੋਇਆ। ਸੋ ਇਸ ਕਰਕੇ ਕੋਰਟ ਨੇ ਆਪਣੀ ਜੂਰਿਸਡਿਕਸ਼ਨ ਤੋਂ ਬਾਹਰ ਇਹ ਸਾਰਾ ਜਿਹੜਾ ਕਾਰਵਾਈ ਸੀਗੀ ਉਹ ਹੁੰਦੇ ਹੋਏ ਜਾਂ ਉਸਨੂੰ ਇਸ ਕਾਰਵਾਈ ਨੂੰ ਜੂਰਿਸਡਿਕਸ਼ਨ ਤੋਂ ਬਾਹਰ ਸਮਝਦੇ ਹੋਏ ਇਹਨਾਂ ਦੀ ਜਿਹੜੀ ਪਟੀਸ਼ਨ ਹੈ ਉਸ ਨੂੰ ਰੱਦ ਕਰ ਦਿੱਤਾ। ਬਿਲਕੁਲ ਵਿਜੇਪਾਲ, ਸਭ ਤੋਂ ਅਹਿਮ ਗੱਲ ਇੱਥੇ ਵੀ ਆ ਰਹੀ ਕਿਉਂਕਿ ਹਫ਼ਤੇ ਤੋਂ ਉੱਪਰ ਦਾ ਸਮਾਂ ਕਰੀਬ ਹੋ ਚੱਲਿਆ ਇਸ ਐਨਕਾਊਂਟਰ ਹੋਏ ਨੂੰ ਔਰ ਹਾਲੇ ਤੱਕ ਜੈਪਾਲ ਭੁੱਲਰ ਦੀ ਡੈਡ ਬੋਡੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਪਰ ਜਿਸ ਸਥਿਤੀ ਵਿੱਚ ਜਿਸ ਤਰੀਕੇ ਤੁਸੀਂ ਕਿਹਾ ਕਿ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਉਸ ਦੀ ਜੂਰਿਸਡਿਕਸ਼ਨ ਤੋਂ ਬਾਹਰ ਦਾ ਇਹ ਕੇਸ ਆ ਰਿਹਾ, ਜੇਕਰ ਪਰਿਵਾਰ ਨੇ ਕੋਈ ਅਪੀਲ ਜਾਂ ਕਿਸੇ ਵੀ ਤਰੀਕੇ ਦਾ ਕੋਈ ਸਵਾਲ ਖੜਾ ਕਰਨਾ ਵੀ ਆ ਤਾਂ ਉਹ ਕੋਲਕਾਤਾ ਜਾ ਕੇ
ਚੈਲੰਜ ਕਰ ਸਕਦਾ ਤੇ ਅੱਜ ਦੀ ਸਥਿਤੀ ਵਿੱਚ ਦੇਖਣਾ ਹੋਵੇ ਕਿ ਹੁਣ ਸੰਸਕਾਰ ਪਰਿਵਾਰ ਕਰੇਗਾ ਜਾਂ ਫਿਰ ਅੱਗੇ ਕੀ ਹੋਰ ਵਿਕਲਪ ਨਜ਼ਰ ਆ ਰਹੇ ਹੈ। ਦੇਖੋ ਭੁੱਲਰ, ਕੋਰਟ ਨੇ ਬੜਾ ਸਪਸ਼ਟ ਕਰਤਾ ਕਿਉਂਕਿ ਟੈਕਨੀਕਲ ਇਸ਼ੂਜ਼ ਹੁੰਦੇ ਨੇ। ਕੋਰਟ ਨੇ ਕਲੀਅਰ ਕੱਟ ਕਹਿਤਾ ਕਿ ਸਾਡੀ ਜੂਰਿਸਡਿਕਸ਼ਨ ਨਹੀਂ ਹੈ, ਸਭ ਕੁਝ ਸਾਡੀ ਜੂਰਿਸਡਿਕਸ਼ਨ ਤੋਂ ਬਾਹਰ ਹੋਇਆ। ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਤੁਸੀਂ ਇਹ ਜਦੋਂ ਉੱਥੇ ਗਏ ਸੀ, ਜਦੋਂ ਉੱਥੇ ਦਸਤਖਤ ਕੀਤੇ ਆ, ਜਦੋਂ ਉੱਥੇ ਤੁਸੀਂ ਬੋਡੀ ਰਿਸੀਵ ਕੀਤੀ ਲਈ ਹੈ, ਜਿਹੜੀਆਂ ਬੋਡੀ ਸੀਗੀਆਂ ਉਹਨਾਂ ਦੀ, ਉਸ ਵੇਲੇ ਤੁਸੀਂ ਆਬਜੈਕਟ ਕਰਨਾ ਸੀ। ਉਦੋਂ ਤੁਸੀਂ ਪੋਸਟਮਾਰਟਮ ਹੋਣ ਤੋਂ ਬਾਅਦ ਜਦੋਂ ਉਹਨਾਂ ਦੀ ਸਪੁਰਦਗੀ ਲੈ ਲਈ, ਫਿਰ ਤੁਸੀਂ ਹੁਣ ਵਾਪਸ ਆ ਕੇ ਹੁਣ ਇੱਥੇ ਦੁਬਾਰਾ ਮੰਗ ਰੱਖ ਰਹੇ ਹੋ, ਔਰ ਉਹ ਵੀ ਉਹਨਾਂ ਦੀ, ਕਿਉਂਕਿ ਜਿੱਥੇ ਸਾਰਾ ਆਪਰੇਸ਼ਨ ਹੋਇਆ ਉਹ ਹਾਈ ਕੋਰਟ ਦੀ ਜੂਰਿਸਡਿਕਸ਼ਨ 'ਚ ਨਹੀਂ ਆਉਂਦਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਫ੍ਰੀ ਹੋ, ਹਰ ਕੋਈ ਆਪਣੀ ਜਿਹੜੀ ਅਪੀਲ ਹੈ ਉਹ ਕਰ ਸਕਦਾ, ਪਰ ਉਸ ਜੂਰਿਸਡਿਕਸ਼ਨ 'ਚ ਜਾ ਕੇ ਜਿੱਥੇ ਇਹ ਸਾਰਾ ਆਪਰੇਸ਼ਨ ਹੋਇਆ ਸੀ, ਜਿੱਥੇ ਕਾਰਵਾਈ ਹੋਈ ਸੀ। ਇਹ ਕਹਿੰਦੇ ਹੋਏ ਉਹਨਾਂ ਨੇ ਇਸ ਪਟੀਸ਼ਨ ਨੂੰ ਡਿਸਮਿਸ ਕਰ ਦਿੱਤਾ। ਜੀ ਬਿਲਕੁਲ ਵਿਜੇਪਾਲ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਦੇ ਲਈ। ਤਾਂ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਜੈਪਾਲ ਭੁੱਲਰ ਦੇ ਦੁਬਾਰਾ ਪੋਸਟਮਾਰਟਮ ਦੀ ਜਿਹੜੀ ਅਪੀਲ ਸੀ, ਜਿਹੜੀ ਇੱਕ ਅਰਜ਼ੀ ਦਾਇਰ ਕੀਤੀ ਗਈ ਸੀ, ਉਹਨਾਂ ਦੇ ਪਰਿਵਾਰ ਦੇ ਵੱਲੋਂ ਉਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਔਰ ਕਿਹਾ ਕਿ ਜਿਸ ਵੇਲੇ ਕੋਲਕਾਤਾ ਦੇ ਵਿੱਚ ਪੋਸਟਮਾਰਟਮ ਹੋਇਆ ਸੀ ਡੈੱਡ ਬੋਡੀ ਦਾ, ਉਸ ਵੇਲੇ ਜਦੋਂ ਇਹਨਾਂ ਨੇ ਸਪੁਰਦਗੀ ਬੋਡੀ ਦੀ ਲੈ ਲਈ ਸੀ ਤਾਂ ਉਸ ਤੋਂ ਬਾਅਦ ਦੁਬਾਰਾ ਪੋਸਟਮਾਰਟਮ ਕਰਾਉਣ ਦਾ ਪੰਜਾਬ ਦੇ ਅੰਦਰ ਤਾਂ ਕੋਈ ਤੁਕ ਬਣਦੀ ਨਹੀਂ, ਔਰ ਜੇਕਰ ਕਿਸੇ ਵੀ ਤਰੀਕੇ ਦਾ ਕੋਈ ਕਿੰਤੂ ਪਰੰਤੂ ਵੀ ਹੈ ਤਾਂ ਸਿੱਧਾ ਕੋਲਕਾਤਾ ਜਾ ਕੇ ਹੀ ਇਸ ਮਾਮਲੇ ਦਾ ਕੋਈ ਹੋਰ ਅੱਗੇ ਜੇ ਕੋਈ ਪਰਿਵਾਰ ਨੂੰ ਸ਼ਿਕਾਇਤ ਤਾਂ ਉੱਥੋਂ ਜਵਾਬ ਮਿਲ ਸਕਦਾ, ਪਰ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦੁਬਾਰਾ ਬੋਡੀ ਦਾ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ। ਤਾਂ ਵੱਡੀ ਖਬਰ ਇਸ ਵੇਲੇ ਦੀ, ਕਰੀਬ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਐਨਕਾਊਂਟਰ ਤੋਂ ਬਾਅਦ ਹੁਣ ਤੱਕ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਰਿਵਾਰ ਦੇ ਵੱਲੋਂ ਨਹੀਂ ਕੀਤਾ ਗਿਆ। ਪਰਿਵਾਰ ਦੇ ਵੱਲੋਂ ਵਾਰ-ਵਾਰ ਇਸ ਐਨਕਾਊਂਟਰ ਦੇ ਉੱਪਰ ਸਵਾਲ ਚੁੱਕੇ ਜਾ ਰਹੇ ਸੀ। ਪਰਿਵਾਰ ਕਹਿ ਰਿਹਾ ਸੀ ਕਿ ਇੱਕ ਫੇਕ ਐਨਕਾਊਂਟਰ ਹੈ, ਜ਼ੋਰ ਜ਼ਬਰਦਸਤੀ ਦੇ ਨਾਲ ਪਹਿਲਾਂ ਉਹਨੂੰ ਕੁੱਟਿਆ ਮਾਰਿਆ ਗਿਆ, ਉਹਨਾਂ ਦੇ ਸਰੀਰ ਕੰਗ ਤੋੜੇ ਗਏ, ਉਸ ਤੋਂ ਬਾਅਦ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ, ਜਿਸ ਨੂੰ ਚੈਲੰਜ ਕਰਨ ਦੇ ਲਈ ਲਗਾਤਾਰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦਾ ਰਿਹਾ। ਵਿੱਚ ਇੱਕ ਦੋ ਦਿਨ ਛੁੱਟੀ ਵੀ ਆਈ, ਜਿਸ ਤੋਂ ਬਾਅਦ ਅੱਜ ਹਾਈ ਕੋਰਟ ਨੇ ਇਸ ਫੈਸਲੇ ਦੇ ਉੱਪਰ ਸੁਣਵਾਈ ਕੀਤੀ ਹੈ, ਇਸ ਅਰਜ਼ੀ ਦੇ ਉੱਪਰ ਸੁਣਵਾਈ ਕੀਤੀ ਔਰ ਹਾਈ ਕੋਰਟ ਨੇ ਜਿਹੜੀ ਅਰਜ਼ੀ ਜੈਪਾਲ ਭੁੱਲਰ ਦੇ ਪਰਿਵਾਰ ਵੱਲੋਂ ਦਾਇਰ ਕੀਤੀ ਗਈ ਸੀ, ਜਿਹੜੀ ਅਪੀਲ ਲਗਾਈ ਗਈ ਸੀ, ਉਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਔਰ ਕਿਹਾ ਕਿ ਜਿਹੜਾ ਇਹ ਸਾਰਾ ਐਨਕਾਊਂਟਰ ਹੋਇਆ ਉਹ ਪੰਜਾਬ ਤੋਂ ਬਾਹਰ ਹੋਇਆ, ਭਾਵ ਕੋਲਕਾਤੇ ਤੋਂ ਹੋਇਆ ਔਰ ਹਾਈ ਕੋਰਟ ਦੇ ਦਾਇਰੇ ਦੇ ਅੰਦਰ ਇਹ ਨਹੀਂ ਆਉਂਦਾ। ਔਰ ਜਿਸ ਵੇਲੇ ਹਾਈ ਕੋਰਟ ਨੇ ਇਹ ਸਵਾਲ ਵੀ ਕੀਤਾ ਪਰਿਵਾਰਕ ਮੈਂਬਰਾਂ ਨੂੰ ਕਿ ਜਦੋਂ ਤੁਸੀਂ ਡੈੱਡ ਬੋਡੀ ਲੈਣ ਗਏ ਸੀ, ਉਦੋਂ ਤੁਸੀਂ ਸਪੁਰਦਗੀ ਲੈਣ ਤੋਂ ਪਹਿਲਾਂ ਜੇਕਰ ਤੁਹਾਨੂੰ ਕੋਈ ਸਵਾਲ ਸੀ ਤਾਂ ਤੁਸੀਂ ਉੱਥੇ ਆਪਣਾ ਸਵਾਲ ਖੜਾ ਕਰ ਸਕਦੇ ਸੀ, ਪਰ ਹੁਣ ਦੁਬਾਰਾ ਪੋਸਟਮਾਰਟਮ ਕਰਾਉਣ ਦਾ ਕੋਈ ਵੀ ਸਵਾਲ ਹੀ ਪੈਦਾ ਨਹੀਂ ਹੁੰਦਾ। ਤਾਂ ਗੱਲ ਕਰਦੇ ਅਗਲੀ ਅਹਿਮ ਖਬਰ ਦੀ, ਸਿੱਖਿਆ ਮੰਤਰੀ ਦੇ ਨਾਲ ਕੱਚੇ ਮੁਲਾਜ਼ਮਾਂ ਦੀ ਬੈਠਕ ਇਸ ਵੇਲੇ ਜਾਰੀ ਹੈ। ਜੀ ਹਾਂ, ਬੀਤੇ ਦਿਨ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦਫ਼ਤਰ ਦੇ ਬਾਹਰ ਧਰਨਾ ਲਗਾ ਰਹੇ ਨੇ ਔਰ ਹੁਣ ਸਿੱਖਿਆ ਮੰਤਰੀ ਦੇ ਨਾਲ ਪੰਜਾਬ ਭਵਨ ਦੇ ਵਿੱਚ ਇਹ ਬੈਠਕ ਜਾਰੀ ਹੈ। ਖੁਦ ਸਿੱਖਿਆ ਮੰਤਰੀ ਉਹਨਾਂ ਦੇ ਨਾਲ ਬੈਠ ਕੇ ਮੀਟਿੰਗ ਕਰ ਰਹੇ ਨੇ। ਪੰਜਾਬ ਭਵਨ ਦੇ ਵਿੱਚ ਬਕਾਇਦਾ ਮੀਟਿੰਗ ਹੋ ਰਹੀ ਹੈ। ਮੀਟਿੰਗ ਦੇ ਵਿੱਚ ਵਿਜੇਂਦਰ ਸਿੰਗਲਾ ਸਿੱਖਿਆ ਮੰਤਰੀ, ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਇਸ ਬੈਠਕ ਦੇ ਵਿੱਚ ਬਕਾਇਦਾ ਮੌਜੂਦ ਨੇ ਔਰ ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦੀ ਜਿਹੜੀ ਲਗਾਤਾਰ ਮੰਗ ਕਰ ਰਹੇ ਸੀ ਔਰ ਸੈਲਰੀ ਵਧਾਉਣ ਦੇ ਵਿੱਚ ਇਜ਼ਾਫਾ ਕਰ ਰਹੇ ਸੀ, ਉਸ ਨੂੰ ਲੈ ਕੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਵਿਚਾਰ ਚਰਚਾ ਹੋ ਰਹੀ ਹੈ। ਵਿਸਥਾਰ ਦੇ ਨਾਲ ਪੰਜਾਬ ਭਵਨ ਦੇ ਵਿੱਚ ਇਸ ਵੇਲੇ ਬੇਹੱਦ ਅਹਿਮ ਮੀਟਿੰਗ ਕੱਚੇ ਅਧਿਆਪਕਾਂ ਦੀ ਸਿੱਖਿਆ ਮੰਤਰੀ ਤੇ ਕ੍ਰਿਸ਼ਨ ਕੁਮਾਰ ਦੇ ਨਾਲ ਜਾਰੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਤੋਂ ਕੁਝ ਅਧਿਆਪਕ ਜਿਹੜੇ ਉਹ ਸਿੱਖਿਆ ਬੋਰਡ ਦੀ ਬਿਲਡਿੰਗ ਦੇ ਉੱਪਰ ਖੜੇ ਸੀ। ਬਕਾਇਦਾ ਇੱਕ ਅਧਿਆਪਕ ਨੇ ਜ਼ਹਿਰੀਲਾ ਪਦਾਰਥ ਵੀ ਖਾ ਲਿਆ ਸੀ, ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਔਰ ਇਸ ਖਬਰ ਤੇ ਕੀ ਅਪਡੇਟ ਦਿੱਤਾ ਉਹਦੇ ਸਾਡੇ ਸਹਿਯੋਗੀ ਰੋਹਿਤ ਬੰਸਲ ਜੁੜ ਰਹੇ ਨੇ। ਰੋਹਿਤ, ਤਾਂ ਕਰੀਬ 24 ਤੋਂ 30 ਘੰਟੇ ਹੋਣ ਵਾਲੇ ਨੇ ਇਸ ਪ੍ਰਦਰਸ਼ਨ ਚੱਲਦੇ ਨੂੰ ਔਰ ਅੱਜ ਮੀਟਿੰਗ ਹੋ ਰਹੀ ਹੈ ਪੰਜਾਬ ਭਵਨ ਦੇ ਵਿੱਚ। ਜੀ ਬਿਲਕੁਲ ਭੁੱਲਰ, ਇਸ ਵਕਤ ਜਿਹੜਾ ਪੰਜਾਬ ਭਵਨ ਹੈਗਾ ਚੰਡੀਗੜ੍ਹ ਦਾ, ਉੱਥੇ ਮੀਟਿੰਗ ਹੋ ਰਹੀ ਔਰ ਇਸ ਦੇ ਵਿੱਚ ਜਿਹੜੇ ਅਧਿਆਪਕਾਂ ਦੇ ਵੱਲੋਂ ਕਰੀਬ ਜਿਹੜੇ 4 ਅਧਿਆਪਕ ਆਗੂ ਨੇ ਉਹ ਸ਼ਾਮਲ ਹੋਏ ਨੇ। ਤਾਂ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਵਿੱਚੋਂ ਪੰਜਾਬ ਦੇ ਕੈਬਨਿਟ ਮੰਤਰੀ ਜਿਹੜੇ ਵਿਜੇਂਦਰ ਸਿੰਗਲਾ ਸਿੱਖਿਆ ਮੰਤਰੀ ਨੇ ਉਹ ਸ਼ਾਮਲ ਹੋ ਰਹੇ ਨੇ ਔਰ ਇਸ ਦੇ ਨਾਲ ਹੀ ਜਿਹੜੇ ਤ੍ਰਿਪਤ ਰਜਿੰਦਰ ਬਾਜਵਾ ਨੇ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣ ਰਹੇ ਨੇ। ਖਬਰ ਇਹ ਵੀ ਆ ਰਹੀ ਹੈ ਕਿ ਮਨਪ੍ਰੀਤ ਬਾਦਲ ਵੀ ਇਸ ਮੀਟਿੰਗ ਦੇ ਲਈ ਅੰਦਰ ਹੀ ਨੇ ਔਰ ਅਤੁਲ ਨੰਦਾ, ਕਿਉਂਕਿ ਜੇਕਰ ਕੋਈ ਲੀਗਲੀ ਐਂਗਲ ਵਿਚਾਰਿਆ ਜਾ ਸਕੇ ਤਾਂ ਉਸ ਦੇ ਲਈ ਅਤੁਲ ਨੰਦਾ ਵੀ ਇਸ ਦੇ ਮੀਟਿੰਗ ਦੇ ਅੰਦਰ ਹੀ ਨੇ। ਔਰ ਖਾਸ ਤੌਰ ਤੇ ਗੱਲ ਇਹ ਹੈ ਕਿ ਕ੍ਰਿਸ਼ਨ ਕੁਮਾਰ ਜਿਹੜੇ ਸਿੱਖਿਆ ਸਕੱਤਰ ਨੇ, ਕਿਉਂਕਿ ਲਗਾਤਾਰ ਇੱਕ ਨਾਰਾਜ਼ਗੀ ਅਧਿਆਪਕਾਂ ਦੀ ਕ੍ਰਿਸ਼ਨ ਕੁਮਾਰ ਦੇ ਨਾਲ ਵੀ ਰਹੀ ਆ, ਪਰ ਉਹ ਵੀ ਇਸ ਮੀਟਿੰਗ ਦਾ ਹਿੱਸਾ ਨੇ। ਔਰ ਜਿਹੜੀਆਂ ਮੰਗਾਂ ਸੀ ਕਿ ਜਿਹੜੀਆਂ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਜਿਹੜੇ 5ਵੀਂ ਤੱਕ ਦੀਆਂ ਕਲਾਸਾਂ ਨੂੰ ਟੀਚਰ ਪੜਾਉਂਦੇ ਨੇ, ਅਲੱਗ ਕੈਟਾਗਰੀ ਦੇ ਟੀਚਰ ਨੇ ਜਿਹੜੇ ਪੜਾਉਂਦੇ ਨੇਗੇ, ਔਰ ਉਹਨਾਂ ਵੱਲੋਂ ਮੁੱਖ ਤੌਰ ਤੇ ਮੰਗ ਕੀਤੀ ਜਾ ਰਹੀ ਸੀ ਕਿ ਪਿਛਲੇ 18 ਸਾਲਾਂ ਤੋਂ ਉਹਨਾਂ ਨੂੰ ਭਰਤੀ ਕੀਤਾ ਗਿਆ, ਪਰ ਤਨਖਾਹ ਹਾਲੇ ਤੱਕ ਕੇਵਲ 3500 ਰੁਪਏ ਤੋਂ 6000 ਤੱਕ ਕੀਤੀ ਗਈ ਹੈ। ਔਰ 6000 ਤਨਖਾਹ ਦੇ ਵਿੱਚ ਅੱਜ ਕੱਲ੍ਹ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਿਲ ਹੈ। ਇਸ ਲਈ ਪਹਿਲਾਂ ਤਾਂ ਗੱਲ ਉਹਨਾਂ ਨੂੰ
ਪੱਕਾ ਕੀਤਾ ਜਾਵੇ। ਦੂਜੀ ਗੱਲ ਇਹ ਹੈ ਕਿ ਜਿੰਨੀ ਦੇਰ ਤੱਕ ਪੱਕਾ ਕਰਨ ਦਾ ਪ੍ਰੋਸੀਜਰ ਪੂਰਾ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਜਾਵੇ ਔਰ ਘੱਟੋ ਘੱਟ 40,000 ਰੁਪਇਆ ਤਨਖਾਹ ਹਰ ਵਿਅਕਤੀ ਨੂੰ ਦਿੱਤੀ ਜਾਵੇ। ਇਸ ਦੇ ਨਾਲ ਹੀ ਇੱਕ ਟੈਸਟ ਰੱਖਿਆ ਗਿਆ ਹੈ ਕਿ ਜਿਹੜੇ ਅਧਿਆਪਕ ਪੱਕੇ ਕੀਤੇ ਜਾਣਗੇ ਉਹਨਾਂ ਦਾ ਇੱਕ ਟੈਸਟ ਲਿਆ ਜਾਏਗਾ। ਤਾਂ ਇਹਨਾਂ ਨੇ ਕਿਹਾ ਕਿ ਉਹ ਟੈਸਟ ਦੀ ਸ਼ਰਤ ਨੂੰ ਹਟਾਇਆ ਜਾਵੇ, ਬਲਕਿ ਉਹਨਾਂ ਦੇ ਤਜਰਬੇ ਦੇ ਆਧਾਰ ਤੇ ਜਿਹੜੇ ਵਿਅਕਤੀਆਂ ਨੂੰ 15-15 ਸਾਲ 18-18 ਸਾਲ ਹੋ ਚੁੱਕੇ ਨੇ ਉਹਨਾਂ ਦੇ ਤਜਰਬੇ ਦੇ ਆਧਾਰ ਤੇ ਹੀ ਜਿਹੜੇ ਉਹਨਾਂ ਨੂੰ ਨਿਯੁਕਤੀ ਪੱਤਰ ਉਹ ਦਿੱਤੇ ਜਾਣ। ਔਰ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ, ਪੰਜਾਬ ਭਵਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਚੰਡੀਗੜ੍ਹ ਦਾ ਪੰਜਾਬ ਭਵਨ ਹੈ ਜਿੱਥੇ ਇਸ ਵਕਤ ਬੇहद ਅਹਿਮ ਮੀਟਿੰਗ ਹੈ ਜਿਹੜੀ ਉਹ ਚੱਲ ਰਹੀ ਹੈ, ਜਿਸ ਨੇ ਕਰੀਬ ਪੰਜਾਬ ਦੇ ਅਸੀਂ ਕਹਿ ਸਕਦੇ ਹਾਂ ਕਿ 10 ਤੋਂ 15,000 ਅਧਿਆਪਕ ਹੈ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਕਰਨਾ। ਔਰ ਮੀਟਿੰਗ ਬੇਹੱਕ ਮਤਲਬ ਖਾਸ ਇਸ ਲਈ ਹੋ ਜਾਂਦੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਬੋਰਡ ਦੇ ਵਿੱਚ ਧਰਨਾ ਚੱਲ ਰਿਹਾ ਔਰ ਦੂਜੇ ਪਾਸੇ ਜਿਹੜੇ ਕੁਝ ਅਧਿਆਪਕ ਆਗੂ ਨੇ ਉਹ ਉੱਪਰ ਚੜੇ ਹੋਏ ਨੇ ਬਿਲਡਿੰਗ ਦੇ ਔਰ ਉਹਨਾਂ ਵੱਲੋਂ ਆਤਮਦਾਹ ਦੀ ਧਮਕੀ ਲਗਾਤਾਰ ਦਿੱਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਜੇਕਰ ਸਾਨੂੰ ਰੋਕਿਆ ਗਿਆ ਜਾਂ ਜੇਕਰ ਸਾਡੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ ਤਾਂ ਅਸੀਂ ਇਸ ਬਿਲਡਿੰਗ ਤੋਂ ਛਾਲ ਲਾ ਦਾਂਗੇ। ਔਰ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਜਿਹੜੇ ਇਹ ਆਗੂ ਨੇ ਉੱਪਰ ਚੜੇ ਹੋਏ ਨੇ। ਸੋ ਅੱਜ ਦੀ ਮੀਟਿੰਗ ਨੇ ਬਹੁਤ ਕੁਝ ਤੈਅ ਕਰਨਾ ਕਿਉਂਕਿ ਦੂਜੇ ਪਾਸੇ ਧਰਨਾ ਲਗਾਤਾਰ ਜਾਰੀ ਔਰ ਅਧਿਆਪਕ ਇਸ ਗੱਲ ਦਾ ਐਲਾਨ ਕਰ ਚੁੱਕੇ ਨੇ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਜੇਕਰ ਸਾਡੀਆਂ ਮੰਗਾਂ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਕਦਮ ਹੈ ਜਿਹੜਾ ਉਹ ਚੁੱਕ ਸਕਦੇ। ਸੋ ਸਾਫ਼ ਤੌਰ ਤੇ ਬੇहद ਅਹਿਮ ਜਿਹੜੀ ਭੁੱਲਰ ਅੱਜ ਦੀ ਮੀਟਿੰਗ ਹੈ ਉਹ ਹੋਣ ਵਾਲੀ ਹੈ ਜੀ। ਬਿਲਕੁਲ ਰੋਹਿਤ, ਤਾਂ ਉਮੀਦ ਦੇ ਉੱਪਰ ਕਹਿੰਦੇ ਨੇ ਕਿ ਦੁਨੀਆ ਕਾਇਮ ਔਰ ਇਸੇ ਉਮੀਦ ਦੇ ਨਾਲ ਇਹ ਮੀਟਿੰਗ ਹੋ ਰਹੀ ਹੈ। ਲਗਾਤਾਰ ਪਿਛਲੇ 24 ਤੋਂ 30 ਘੰਟਿਆਂ ਤੋਂ ਬੈਠੇ ਹੋਏ ਨੇ, ਰਾਤ ਨੂੰ ਵੀ ਉੱਥੇ ਹੀ ਬੈਠੇ ਰਹੇ ਸੀ ਇਹ ਪ੍ਰਦਰਸ਼ਨਕਾਰੀ। ਪਰ ਜਿਸ ਤਰੀਕੇ ਦੇ ਨਾਲ ਇਹ ਮੀਟਿੰਗ ਚੱਲ ਰਹੀ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਦਾ ਰੋਸ ਵੀ ਸੀ ਕੱਲ੍ਹ, ਬਕਾਇਦਾ ਉਹ ਬਾਰ-ਬਾਰ ਕਹਿ ਰਹੇ ਸੀ ਕਿ ਜਿਹੜੇ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ਨੇ ਉਹਨਾਂ ਦੇ ਵੱਲੋਂ ਵੀ ਉਹਨਾਂ ਦਾ ਰੋਸ ਸੀ ਤਾਂ ਉਹ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਨੇ। ਤਾਂ ਕੀ ਲੱਗ ਰਿਹਾ ਹੈ ਕਿ ਕੋਈ ਪੋਜ਼ਿਟਿਵ ਕਿ ਕੋਈ ਸੰਕੇਤਕ ਇਦਾਂ ਦੀ ਕੋਈ ਜਾਣਕਾਰੀ ਅੰਦਰੋਂ ਆ ਰਹੀ ਹੈ ਹੁਣ ਤੱਕ ਜਿੰਨੀ ਮੀਟਿੰਗ ਚੱਲੀ ਹੈ, ਕਿਸ ਤਰੀਕੇ ਦਾ ਅੰਦਰ ਕੋਈ ਅੰਦਰੋਂ ਰਿਸਪੌਂਸ ਆਇਆ ਹੋਵੇ ਕਿ ਕਿਸੇ ਨੇ ਕੋਈ ਜਾਣਕਾਰੀ ਦਿੱਤੀ ਹੋਵੇ ਅੰਦਰੋਂ ਆ ਕੇ? ਜੀ ਭੁੱਲਰ, ਜੇਕਰ ਕੱਲ ਦੀ ਮੀਟਿੰਗ ਦੀ ਗੱਲ ਕਰੀਏ, ਕੱਲ ਜਿਹੜੀ ਸ਼ਾਮ ਨੂੰ ਮੀਟਿੰਗ ਹੈ ਇੱਕ ਉਹ ਕੈਪਟਨ ਸੰਦੀਪ ਸਿੰਘ ਸੰਧੂ ਦੇ ਨਾਲ ਹੋਈ ਸੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਰਾਜਨੀਤਿਕ ਸਲਾਹਕਾਰ ਨੇ। ਔਰ ਟੀਚਰ ਕਹਿ ਰਹੇ ਸੀ ਕਿ ਜਿਹੜੇ ਕੱਲ ਦੀ ਮੁਲਾਕਾਤ ਹੋਈ ਆ ਉਹ ਬੇहद ਖੂਬਸੂਰਤ ਮੁਲਾਕਾਤ ਸੀਗੀ, ਬਹੁਤ ਵਧੀਆ ਮਾਹੌਲ ਦੇ ਵਿੱਚੋਂ ਮੁਲਾਕਾਤ ਹੋਈ ਔਰ ਕੁਝ ਪੋਜ਼ਿਟਿਵ ਨਿਰਦੇਸ਼ ਉਸ ਮੁਲਾਕਾਤ ਦੇ ਵਿੱਚੋਂ ਮਿਲਦੇ ਨਜ਼ਰ ਆਏ ਨੇ। ਸੋ ਅੱਜ ਦੀ ਜਿਹੜੀ ਮੁਲਾਕਾਤ ਹੈਗੀ ਉਹ ਹੁਣ ਤੋਂ ਚੰਦ ਮਿੰਟ ਪਹਿਲਾਂ ਹੀ ਇਹ ਮੁਲਾਕਾਤ ਸ਼ੁਰੂ ਹੋਈ ਹੈ। ਕਰੀਬ ਅਸੀਂ ਕਹਿ ਸਕਦੇ ਹਾਂ ਕਿ 12:30 ਪੌਣੇ 1 ਦੇ ਕਰੀਬ ਜਿਹੜੀ ਇਹ ਮੁਲਾਕਾਤ ਉਹ ਸ਼ੁਰੂ ਹੋਈ ਹੈ। ਹਾਲੇ ਤੱਕ ਅੰਦਰੋਂ ਕੋਈ ਅਪਡੇਟ ਨਹੀਂ ਆਈ, ਪਰ ਫਿਲਹਾਲ ਜਿਹੜੇ ਟੀਚਰ ਜਿਸ ਤਰ੍ਹਾਂ ਅੰਦਰ ਗਏ ਸੀ ਤਾਂ ਉਹਨਾਂ ਦਾ ਰਿਸਪੌਂਸ ਇਹ ਲੱਗ ਰਿਹਾ ਸੀ ਕਿ ਸ਼ਾਇਦ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਹੋਈ ਉਸ 'ਚੋਂ ਕੁਝ ਪੋਜ਼ਿਟਿਵ ਸੁਨੇਹਾ ਜਿਹੜਾ ਉਹ ਨਿਕਲ ਸਕਦਾ ਹੈਗਾ ਕਿਉਂਕਿ ਅਧਿਆਪਕਾਂ ਦਾ ਜਿਹੜਾ ਗੱਲਬਾਤ ਸੀ ਉਸ ਤੋਂ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਜਿਸ ਤਰ੍ਹਾਂ ਉਹ ਜ਼ਿਕਰ ਕਰ ਰਹੇ ਸੀ ਕਿ ਕੈਪਟਨ ਸੰਦੀਪ ਸੰਧੂ ਦੇ ਨਾਲ ਮੀਟਿੰਗ ਬੇहद ਖੂਬਸੂਰਤ ਰਹੀ ਹੈ ਔਰ ਕੱਲ ਦੀ ਮੀਟਿੰਗ ਵੀ ਇਸੇ ਤਰ੍ਹਾਂ ਰਹਿਣ ਦੀ ਉਮੀਦ ਹੈ ਕਿਉਂਕਿ ਕੈਪਟਨ ਸੰਦੀਪ ਸੰਧੂ ਨਾਲ ਕਾਫੀ ਜ਼ਿਆਦਾ ਗੱਲਾਂ ਬਾਤਾਂ ਹੋਈਆਂ ਹੈਗੀਆਂ ਇਸ ਪੂਰੀ ਚੀਜ਼ ਦੇ ਲਈ। ਜੀ ਭੁੱਲਰ। ਬਿਲਕੁਲ ਰੋਹਿਤ, ਤਾਂ ਸਵੇਰ ਤੋਂ ਵੀ ਤੁਸੀਂ ਲਗਾਤਾਰ ਗਰਾਊਂਡ ਜ਼ੀਰੋ ਤੇ ਮੌਜੂਦ ਸੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਦੇ ਬਾਹਰ। ਜਾਣਨਾ ਚਾਹੁੰਦੇ ਹਾਂ ਕਿ ਉੱਥੇ ਇਸ ਵੇਲੇ ਦੇ ਕਿਸ ਤਰੀਕੇ ਦੇ ਹਾਲਾਤ ਸੀ ਕਿਉਂਕਿ ਸਵੇਰ ਤੋਂ ਕਿਉਂਕਿ ਉਹ ਕੱਲ ਤੋਂ ਜੋ 5 ਅਧਿਆਪਕ ਬਿਲਡਿੰਗ ਦੇ ਉੱਪਰ ਚੜੇ ਸੀ ਕਿ ਉਹ ਹਲੇ ਵੀ ਉੱਥੇ ਹੀ ਮੌਜੂਦ ਨੇ ਜਾਂ ਥੱਲੇ ਆ ਗਏ ਨੇ ਉਹ? ਜੀ ਬਿਲਕੁਲ ਭੁੱਲਰ, ਕੱਲ ਕਰੀਬ 12 ਵਜੇ ਜਿਹੜੇ ਅਧਿਆਪਕ ਸੀਗੇ ਉਹ ਉਸ ਬਿਲਡਿੰਗ ਦੇ ਉੱਪਰ ਚੜ੍ਹ ਗਏ ਸੀ ਔਰ ਬਾਕੀ ਅਧਿਆਪਕ ਸੀ ਜਿਹੜੇ ਨੇ ਥੱਲੇ ਧਰਨਾ ਲਾਇਆ ਹੋਇਆ ਸੀ। ਪਰ ਹੁਣ ਜਿਹੜੇ ਉਹ ਅਧਿਆਪਕ ਨੇ ਉਹ ਉੱਪਰ ਹੀ ਰੁਕੇ ਹੋਏ ਨੇ, ਹਾਲੇ ਤੱਕ ਉਹ ਅਧਿਆਪਕ ਥੱਲੇ ਨਹੀਂ ਉਤਰੇ। ਪਰ ਜਿੱਥੇ ਥੱਲੜੇ ਬੈਠੇ ਅਧਿਆਪਕਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਹੋਰ ਵੀ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਵੱਖ-ਵੱਖ ਹੋਰ ਯੂਨੀਅਨਾਂ ਦੇ ਆਗੂ ਨੇ, ਜਿਹੜੇ ਵੱਖ-ਵੱਖ ਹੋਰ ਅਧਿਆਪਕ ਯੂਨੀਅਨਾਂ ਦੇ ਲੀਡਰ ਨੇ ਉਹ ਵੀ ਹੁਣ ਇਸ ਧਰਨੇ ਦੇ ਵਿੱਚ ਸ਼ਾਮਿਲ ਹੋ ਗਏ ਨੇ। ਕਿਤੇ ਨਾ ਕਿਤੇ ਸਮਰਥਨ ਦੇ ਵਿੱਚ ਆਪਣੇ ਸਾਥੀਆਂ ਦੇ ਜਿਹੜਾ ਇੱਕ ਵੱਡਾ ਇਕੱਠ ਕਰਨ ਦੀ ਗੱਲਬਾਤ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜਿਹੜੀਆਂ ਇਹ ਯੂਨੀਅਨਾਂ ਦਾ ਧਰਨਾ ਚੱਲ ਰਿਹਾ ਸੀ ਇਸ ਦੇ ਵਿੱਚ ਵੀ 5-6 ਯੂਨੀਅਨਾਂ ਆਉਂਦੀਆਂ ਹੈਗੀਆਂ, ਅਲੱਗ-ਅਲੱਗ ਯੂਨੀਅਨ ਹੈ ਜਿਹੜੀਆਂ IETV ਜਿਹੜੀ ਯੂਨੀਅਨ ਜਿਸ ਤਰ੍ਹਾਂ ETT ਦੇ ਰਿਲੇਟਡ ਯੂਨੀਅਨ ਹੈਗੀਆਂ, ਸਿੱਖਿਆ ਪ੍ਰੋਵਾਈਡਰ ਦੀ ਯੂਨੀਅਨ ਤੇ ਇਸ ਤਰ੍ਹਾਂ ਕਰੀਬ 4 ਤੋਂ 6 ਯੂਨੀਅਨਾਂ ਜਿਹੜੀਆਂ ਇਸ ਦੇ ਵਿੱਚ ਪੈਂਦੀਆਂ ਔਰ तमाम ਯੂਨੀਅਨਾਂ ਨੇ ਇਹ ਐਲਾਨ ਕੀਤਾ ਹੋਇਆ ਕਿ ਅਸੀਂ ਇਹ ਕਿਹਾ ਗਿਆ ਕਿ ਹਰ ਜ਼ਿਲ੍ਹੇ ਦਾ ਜਿਹੜਾ ਹਰ ਟੀਚਰ ਹੈਗਾ ਉਹ ਇੱਥੇ ਧਰਨੇ 'ਚ ਪਹੁੰਚੇ। ਤਾਂ ਸਵੇਰ ਦੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਟੀਚਰ ਨੇ ਉਹ ਇਸ ਧਰਨੇ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਔਰ ਲੱਗ ਰਿਹਾ ਕਿ ਇਕੱਠ ਸ਼ਾਮ ਤੱਕ ਹੋਰ ਵੱਧ ਸਕਦਾ ਹੈਗਾ ਔਰ ਜੇਕਰ ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਆਉਂਦਾ ਇਹ ਧਰਨੇ ਦੀ ਅਗਲੀ ਰੂਪਰੇਖਾ ਤੈਅ ਕਰੇਗਾ ਕਿ ਅੱਜ ਦੀ ਮੀਟਿੰਗ ਵਿੱਚ ਜੇ ਕੋਈ ਪੋਜ਼ਿਟਿਵ ਸੁਨੇਹਾ ਆਉਂਦਾ ਤਾਂ ਧਰਨੇ ਨੂੰ ਖਤਮ ਕੀਤਾ ਜਾ ਸਕਦਾ। ਪਰ ਜੇਕਰ ਅੱਜ ਦੀ ਮੀਟਿੰਗ ਵਿੱਚ ਕੋਈ ਸੁਨੇਹਾ ਸੁਚਾਰੂ ਢੰਗ ਨਾਲ ਉਸ ਤਰ੍ਹਾਂ ਨਹੀਂ ਆਉਂਦਾ ਜਿਹੜਾ ਅਧਿਆਪਕਾਂ ਨੂੰ ਪਸੰਦ ਆਵੇ ਤਾਂ ਹੋ ਸਕਦਾ ਧਰਨਾ ਹੋਰ ਲੰਮਾ ਖਿੱਚਿਆ ਜਾ ਸਕਦਾ ਜਾਂ ਇਕੱਠ ਨੂੰ ਹੋਰ ਵੀ ਵਧਾਇਆ ਜਾ ਸਕਦਾ। ਜੀ
ਬਿਲਕੁਲ ਬਿਲਕੁਲ ਰੋਹਿਤ, ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਅੱਜ ਦੀ ਮੀਟਿੰਗ ਦੇ ਉੱਪਰ ਹੀ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ, ਭਾਵੇਂ ਕਿ ਜਿਹੜੇ ਅੰਦਰ ਮੀਟਿੰਗ ਦੇ ਵਿੱਚ ਬੈਠੇ ਨੇ ਜਾਂ ਫਿਰ ਤੁਸੀਂ ਜ਼ਿਕਰ ਕੀਤਾ ਕਿ ਹੋਰ ਵੀ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਮੋਹਾਲੀ ਪਹੁੰਚ ਰਹੇ ਨੇ ਜਾਂ ਪਹੁੰਚ ਚੁੱਕੇ ਨੇ, ਤਾਂ ਕਿਤੇ ਨਾ ਕਿਤੇ ਇਸ ਮੀਟਿੰਗ ਦੇ ਉੱਪਰ ਇਹ ਗੱਲ ਤੈਅ ਹੋਵੇਗੀ ਕਿ ਜਿਹੜਾ ਪ੍ਰਦਰਸ਼ਨ ਹੈ ਉਹ ਕਿਸ ਪਾਸੇ ਨੂੰ ਜਾਵੇਗਾ, ਪ੍ਰਦਰਸ਼ਨ ਹੋਰ ਤਿੱਖਾ ਹੋਵੇਗਾ ਜਾਂ ਫਿਰ ਅੱਜ ਕੋਈ ਇਹਨਾਂ ਦੇ ਨਾਲ ਸਰਕਾਰ ਦੀ ਕੋਈ ਕਿਸੇ ਤਰੀਕੇ ਦੀ ਕੋਈ ਡੀਲ ਸੈੱਟ ਹੁੰਦੀ ਜਿਸ ਦੇ ਉੱਪਰ ਇਹਨਾਂ ਦੀ ਸੰਤੁਸ਼ਟੀ ਬਣਦੀ ਹੈ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਕੱਲ ਬੀਤੇ ਦਿਨ ਇੱਕ ਮਹਿਲਾ ਜਿਹੜੇ ਕੱਚੇ ਅਧਿਆਪਕ ਸੀ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ, ਤਾਂ ਕਿਤੇ ਨਾ ਕਿਤੇ ਇਹਨਾਂ ਦੇ ਵੱਲੋਂ ਵੀ ਸੰਕੇਤ ਦਿੱਤਾ ਜਾ ਰਿਹਾ ਕਿ ਜੇਕਰ ਮੰਗ ਨਾ ਮੰਨੀ ਗਈ ਤਾਂ ਇਹ ਵੀ ਪੂਰੇ ਡਟ ਰਹਿਣਗੇ, ਜਿਵੇਂ ਕਿ ਕੱਲ ਧਮਕੀਆਂ ਦੇ ਰਹੇ ਸੀ। ਤਾਂ ਅਜਿਹੀ ਸਥਿਤੀ ਦੇ ਵਿੱਚ ਕਿਤੇ ਨਾ ਕਿਤੇ, ਕਿਉਂਕਿ ਅਗਲੇ ਸਾਲ ਇਲੈਕਸ਼ਨ ਵੀ ਹੋਣ ਜਾ ਰਿਹਾ, ਤਾਂ ਇਹ ਵੀ ਮੰਨਿਆ ਜਾ ਰਿਹਾ ਕਿ ਸਰਕਾਰ ਦੇ ਉੱਪਰ ਵੀ ਦਬਾਅ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਇਸ ਪੂਰੇ ਮਾਮਲੇ ਦੇ ਵਿੱਚ, ਕਿਉਂਕਿ ਵਿਰੋਧੀ ਵੀ ਇਸ ਚੀਜ਼ ਨੂੰ ਪੂਰਾ ਚੱਕ ਰਹੇ ਨੇ। ਜੀ ਭੁੱਲਰ, ਬਿਲਕੁਲ ਜੇਕਰ ਗੱਲ ਕਰੀਏ ਤਾਂ ਤੁਸੀਂ ਬਿਲਕੁਲ ਵਾਜਬ ਗੱਲ ਕਰ ਰਹੇ ਹੋ ਕਿ ਜਿਸ ਤਰ੍ਹਾਂ ਕੱਲ ਦੀ ਗੱਲ ਹੀ ਕਰ ਲਈ, ਕੱਲ ਆਮ ਆਦਮੀ ਪਾਰਟੀ ਵੱਲੋਂ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਕਿਤੇ ਨਾ ਕਿਤੇ ਹਰ ਰਾਜਨੀਤਿਕ ਪਾਰਟੀ ਇਸ ਚੀਜ਼ ਨੂੰ ਕੈਪਚਰ ਕਰਨਾ ਚਾਹੁੰਦੀ ਹੈ, ਪਰ ਗੱਲ ਇਹਦੇ ਵਿੱਚ ਇਹੀ ਨਜ਼ਰ ਆ ਰਹੀ ਹੈ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਹੈ, ਪਰ ਦੂਜੇ ਪਾਸੇ ਅਕਾਲੀ ਦਲ ਦੇ ਜਿਹੜੇ ਅਸੀਂ ਗੱਲ ਕਰ ਲਈਏ ਤਾਂ ਅਕਾਲੀ ਦਲ ਦੇ ਸਮੇਂ ਵਿੱਚ ਵੀ ਇਹ ਧਰਨੇ ਮੁਜ਼ਾਹਰੇ ਕਰ ਚੁੱਕੇ ਆ। ਕੁਝ ਅਧਿਆਪਕ ਅਜਿਹੇ ਸੀ ਜਿਸ ਨੇ ਦਾਅਵਾ ਕੀਤਾ ਸੀ ਕਿ ਅਕਾਲੀ ਦਲ ਦੀ ਜਦੋਂ ਸਰਕਾਰ ਸੀ 2016 ਦੇ ਵਿੱਚ, ਉਸ ਸਮੇਂ ਇਹਨਾਂ ਨੇ ਆਪਣੇ ਆਪ ਨੂੰ ਅੱਗ ਲਗਾਈ ਸੀ। 2016 ਦੇ ਸਮਾਂ ਸੀ ਜਦੋਂ ਅਕਾਲੀ ਦਲ ਦੇ ਸਰਕਾਰ ਦੇ ਸਮੇਂ ਧਰਨੇ ਲੱਗਾ ਹੋਇਆ ਸੀ ਔਰ ਕੈਪਟਨ ਅਮਰਿੰਦਰ ਸਿੰਘ ਉਸ ਧਰਨੇ ਵਿੱਚ ਸ਼ਾਮਲ ਹੋਏ ਸੀ। ਔਰ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵੱਡਾ ਦਾਅਵਾ ਕੀਤਾ ਸੀ ਕਿ ਜੀ ਦੇਖੋ, ਤੁਹਾਨੂੰ 6-6000 ਰੁਪਇਆ ਤਨਖਾਹ ਦਿੱਤੀ ਜਾ ਰਹੀ ਹੈ, ਸਾਡੀ ਸਿੱਖਿਆ ਦਾ ਸਿਸਟਮ ਕਿਦਾਂ ਦਾ ਹੋ ਸਕਦਾ ਹੈ। 6000 ਤਾਂ ਛੱਡੋ, ਅੱਜ ਕੱਲ 9 ਤੋਂ 10,000 ਰੁਪਏ ਦੀ ਤਨਖਾਹ ਜਿਹੜੀ ਇੱਕ ਮਾਲੀ ਨੂੰ ਦਿੱਤੀ ਜਾਂਦੀ ਹੈ, ਇੱਕ ਨੌਕਰ ਜਿਹੜੀ ਇੰਨੀ ਤਨਖਾਹ ਲੈ ਰਿਹਾ, ਪਰ ਇੱਕ ਸਿੱਖਿਆ ਵਾਲੇ ਜਿਹੜਾ ਟੀਚਰ ਆ ਉਸ ਨੂੰ ਤੁਸੀਂ ਤਨਖਾਹ ਜਿਹੜੀ ਉਹ 6000 ਦੇ ਰਹੇ ਹੋ। ਪਰ ਉਸ ਵਾਅਦੇ ਤੋਂ ਬਾਅਦ ਹੀ ਲਗਾਤਾਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਿਤੇ ਨਾ ਕਿਤੇ ਅਧਿਆਪਕ ਖੜੇ ਦਿਖਾਈ ਦਿੱਤੇ ਔਰ ਕੈਪਟਨ ਅਮਰਿੰਦਰ ਸਿੰਘ ਦਾ ਲੱਗ ਰਿਹਾ ਸੀ ਕਿ ਜਿਹੜਾ ਵਾਅਦਾ 2016 ਦੇ ਵਿੱਚ ਕੀਤਾ ਉਸ ਨੂੰ ਕੈਪਟਨ ਅਮਰਿੰਦਰ ਸਿੰਘ ਪੂਰਾ ਕਰਨਗੇ। ਪਰ ਤੁਸੀਂ ਦੇਖ ਸਕਦੇ ਹੋ ਕਿ 4.5 ਸਾਲ ਹੋ ਚੁੱਕੇ ਨੇ, ਪਰ ਹਲੇ ਵੀ ਇਹਨਾਂ ਦੀ ਸਿਚੁਏਸ਼ਨ ਉਸੇ ਤਾਂ ਨਹੀਂ ਹੈ। ਉਸ ਸਮੇਂ ਜੇਕਰ ਤਨਖਾਹ 5000 ਸੀ ਤਾਂ ਅੱਜ ਉਹ ਤਨਖਾਹ 6000 ਹੋ ਚੁੱਕੀ ਹੈ। ਕਹਿੰਦਾ ਬਿਲਕੁਲ ਰੋਹਿਤ, ਤਾਂ ਕਰੀਬ ਇਹ ਟਨਿਓਰ ਵੀ ਕੈਪਟਨ ਅਮਰਿੰਦਰ ਦੀ ਖਤਮ ਹੋਣ ਨੂੰ ਆ ਰਹੀ ਹੈ, ਪਰ ਜਿਹੜੇ ਕੀਤੇ ਵਾਅਦੇ ਨੇ ਉਹਨਾਂ ਵਾਅਦਿਆਂ ਦੇ ਉੱਪਰ ਸਵਾਲ ਹੋ ਰਹੇ ਨੇ। ਉਹਨਾਂ ਵਾਅਦਿਆਂ ਕਰਕੇ ਜਿਹੜੇ ਅੱਜ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਸਰਕਾਰ ਨੂੰ ਸਮਾਂ ਵੀ ਜਾ ਕਰਾ ਰਹੇ ਨੇ ਕਿ ਮੁੜ ਕੇ 5 ਸਾਲ ਪੂਰੇ ਹੋਣ ਵਾਲੇ ਫਿਰ ਤੋਂ ਲਗਾਤਾਰ। ਰੋਹਿਤ, ਫਿਲਹਾਲ ਦੇ ਲਈ ਧੰਨਵਾਦ, ਤੁਸੀਂ ਬਣੇ ਰਹੋ, ਥੋੜੀ ਦੇਰ ਬਾਅਦ ਫਿਰ ਤੁਹਾਡੇ ਕੋਲ ਆਵਾਂਗੇ, ਜਾਣਾਂਗੇ ਕਿ ਆਊਟਪੁੱਟ ਬਾਹਰ ਨਿਕਲ ਕੇ ਆ ਰਿਹਾ ਇਸ ਮੀਟਿੰਗ ਤੋਂ ਜਿਸ ਦੇ ਉੱਪਰ ਬੇਹੱਦ ਨਜ਼ਰਾਂ ਟਿਕੀਆਂ ਹੋਈਆਂ ਨੇ ਸਾਰੇ ਕੱਚੇ ਅਧਿਆਪਕਾਂ ਦੀਆਂ। ਉਧਰ ਇੱਕ ਪਾਸੇ ਸਿੱਖਿਆ ਮੰਤਰੀ ਤੇ ਪ੍ਰਦਰਸ਼ਨਕਾਰੀ ਅਧਿਆਪਕਾਂ ਦੀ ਮੀਟਿੰਗ ਚੱਲ ਰਹੀ ਹੈ। ਇਸ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਅਧਿਆਪਕਾਂ ਨੂੰ ਮਿਲ ਰਹੇ ਨੇ ਅਤੇ ਕਹਿ ਰਹੇ ਨੇ ਕਿ 6000 ਸੈਲਰੀ ਨੂੰ ਨਾਕਾਫੀ ਦੱਸ ਰਹੇ ਨੇ। ਇਹ ਵੀਡੀਓ 2017 ਦੇ ਚੋਣਾਂ ਤੋਂ ਠੀਕ ਪਹਿਲਾਂ ਦੀ ਹੈ। ਬਾਤ ਦੇਖੀ ਜਾਓ ਤੇ ਬੁਢਾਪਾ ਪੈਨਸ਼ਨ ਵਗੈਰਾ ਉਹਨਾਂ ਨੂੰ ਮਿਲ ਰਿਹਾ 9 ਮਹੀਨੇ ਹੋ ਗਏ, ਪਤਾ ਨਹੀਂ 10 ਮਹੀਨੇ ਹੋ ਗਏ। ਵਿਧਵਾ ਪੈਨਸ਼ਨਾਂ ਵਗੈਰਾ ਕੁਝ ਨਹੀਂ, ਅੰਗਹੀਣਾ ਦੀ ਪੈਨਸ਼ਨਾਂ ਵੀ ਨਹੀਂ ਦੇ ਰਹੇ, ਕੁਝ ਵੀ ਨਹੀਂ ਦੇ ਰਹੇ। तो ये सारा इलेक्शन ओरिएंटेड जो इन्हों का प्रोग्राम है कि 1 लाख अनाउंस कर दो, बात देखी जाओ। यही इन्हों का टोटल मैल एडमिनिस्ट्रेशन है, इन्हों का बिल्कुल खत्म है काम इन्हों का। और ये हुण बस डेस्परेटली ये गल्लां नूं भाल रहे हैं। हुण 1 लाख करन तो पहला तुसीं 7,000 नहीं रेगुलराइज कर सकते। मैं तुहानूं दसां, अज दिहाड़ीदार जो पंजाब च ने, माली लै लो अपने घरां दे विच 9-9,000 10,000 ਤਾਂ ਉਹ ਲੈ ਰਹੇ ਨੇ ਔਰ ਸਾਡੇ ਟੀਚਰ 7,000 ਤੇ ਹੋਣ, ਕੀ ਪੜਾਉਣਗੇ ਬੱਚਿਆਂ ਨੂੰ ਦੱਸੋ। ਦਿਸ ਇਜ਼ ਅ ਕੰਪਲੀਟ ਰੋਂਗ ਥਿੰਗ। ਆਈ ਡੋਨਟ ਨੋ ਐਜੂਕੇਸ਼ਨ ਸਿਸਟਮ ਦੇ ਵਿੱਚ ਕੁਝ ਨੁਕਸ ਹੈ ਕਿ ਐਜੂਕੇਟਰ ਜਿਹੜੇ ਨੇ, ਜੋ ਸਾਡੇ ਟੀਚਰ ਨੇ, ਉਹਨਾਂ ਦੀ ਕੋਈ ਕਦਰ ਨਹੀਂ, ਐਂਡ ਦੈਟ ਇਜ਼ ਦ ਅਨਫੋਰਚੂਨੇਟ ਥਿੰਗ। 2004 ਤੋਂ ਲੈ ਕੇ ਹੁਣ 2015 ਚ ਆਪਾਂ ਬੈਠੇ ਆ, 11 ਸਾਲ ਹੋ ਗਏ ਨੇ। ਕੋਈ ਤੁਸੀਂ ਇਹ ਕਿਸ ਕਿਸਮ ਦੀ ਐਜੂਕੇਸ਼ਨ ਹੈ ਤਾਂ ਗਵਰਨਮੈਂਟ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਸੀ। ਇਹਦੇ ਦੌਰਾਨ ਕਿੰਨੇ ਬੰਦੇ ਤੁਸੀਂ ਇੰਪਲੋਏ ਕਰਤੇ, ਇਹਨਾਂ ਨੂੰ ਕਿਉਂ ਨਹੀਂ ਐਡਜਸਟ ਕੀਤਾ? ਦਿਸ ਇਜ਼ ਰੋਂਗ। ਬੁਢਾਪਾ ਪੈਨਸ਼ਨ ਵਗੈਰਾ ਉਹਨਾਂ ਨੂੰ ਮਿਲ ਰਿਹਾ। ਤਾਂ ਇੱਥੇ ਵੇਲਾ ਚੱਲਿਆ ਕਿ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੱਕ ਖਬਰਾਂ ਜਾਰੀ ਨੇ। ਤੁਸੀਂ ਬਣੇ ਰਹੋ ਨਿਊਜ਼ 18 ਪੰਜਾਬ ਦੇ ਨਾਲ।